ਚੁੱਕੀ ਹੈ ਕਿ ਪੰਜਾਬ ਦੇ ਵਿੱਚ ਮਿਲੀਟੈਂਸੀ ਦਾ ਖਤਰਾ ਬਣਿਆ ਹੋਇਆ ਹੈ। ਹੁਣ ਮੈਂ ਨਹੀਂ ਕਹਿ ਰਿਹਾ ਵੀ ਇਹ ਮੁੱਦਾ ਜਿਉਂਦਾ ਹੈ, ਸਰਕਾਰ ਆਪਣੇ ਆਪ ਕਹਿ ਰਹੀ ਹੈ, ਵਾਰ-ਵਾਰ ਕਹਿ ਰਹੀ ਹੈ। ਖਾਲਿਸਤਾਨ ਦੀ ਮੰਗ ਗੈਰ ਸੰਵਿਧਾਨਕ ਨਹੀਂ ਹੈ। ਉਹਦੇ ਖਿਲਾਫ ਵੀ ਅਕਾਲ ਤਖਤ, SGPC, ਅਕਾਲੀ ਦਲ ਇਹਨਾਂ ਦੇ ਮਤੇ ਪਏ। ਨਾਰਥ ਈਸਟ ਵਿੱਚ ਇਹਨਾਂ ਦਾ ਚੱਲਿਆ ਪਿਛਲੇ ਲੈਵਲ ਤੇ ਕਦੇ ਪਾਕਿਸਤਾਨ ਦਾ ਨਾਂ ਨਹੀਂ ਆਉਂਦਾ। ਸਿੱਖਾਂ ਤੇ ਹੀ ਆਉਂਦਾ ਕਿ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਕਿੰਨੇ ਸ਼ਰਧਾਲੂ ਮਾਰੇ। ਦੋ ਰਾਸ਼ਟਰ ਬਣਾਉਣ ਦੀ ਗੱਲ ਕਰਨੀ ਉਹ ਤਾਂ ਨੈਸ਼ਨਲਿਸਟ ਹੈ ਜੀ, ਖਾਲਿਸਤਾਨ ਦੀ ਗੱਲ ਕਰਨੀ ਉਹ ਐਂਟੀ ਨੈਸ਼ਨਲ ਹੈ। ਟੀਵੀ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। 4 ਜੁਲਾਈ ਨੂੰ ਅਸੀਂ ਇਹ ਗੱਲਬਾਤ ਕਰਨ ਜਾ ਰਹੇ ਹਾਂ। 4 ਜੁਲਾਈ ਉਹ ਤਰੀਕ ਹੈ 2020 ਸਾਲ ਦੀ, ਜਿਸ ਦਿਨ ਰੈਫਰੈਂਡਮ 2020 ਦੀ ਰਜਿਸਟ੍ਰੇਸ਼ਨ ਦੇ ਮਾਮਲੇ ਨੂੰ ਲੈ ਕੇ ਯਾਦਗਾਰ ਤੌਰ ਦੇ ਉੱਤੇ ਭਾਰਤ ਦੇ ਵਿੱਚ ਜਿਹੜੀ ਹੈਗੀ ਹੈ ਪਹਿਲੀ ਪੈੜ ਪੈਣੀ ਸ਼ੁਰੂ ਹੋ ਗਈ ਹੈ, ਜਿਸ ਦੀ ਮਿਸਾਲ ਇਸ ਸੰਬੰਧ ਵਿੱਚ ਪੰਜਾਬ ਪੁਲਿਸ ਵੱਲੋਂ ਤਾਜ਼ਾ ਕੀਤੀਆਂ ਗਈਆਂ FIR, ਜਿਸ 'ਚ ਗੁਰਪਤਵੰਤ ਸਿੰਘ ਪੰਨੂ ਜੋ ਕਿ ਲੀਗਲ ਐਡਵਾਈਜ਼ਰ ਦੇ ਤੌਰ ਦੇ ਉੱਤੇ ਸਰਗਰਮ ਨੇ ਕਾਫੀ ਲੰਬੇ ਸਮੇਂ ਤੋਂ SFJ ਵਾਸਤੇ, 6 ਫਾਰ ਜਸਟਿਸ ਵਾਸਤੇ, ਤੇ ਦੂਜਾ ਭਾਰਤ ਸਰਕਾਰ ਵੱਲੋਂ ਗੁਰਪਤਵੰਤ ਸਿੰਘ ਪੰਨੂ ਨੂੰ ਹਾਲੇ ਕੁਝ ਦਿਨ ਪਹਿਲਾਂ ਹੀ ਡੈਜਿਗਨੇਟਡ ਟੈਰਰਿਸਟ, ਜਿਹਨੂੰ ਆਪਾਂ ਕਹਿੰਦੇ ਆ ਕਿ ਇੱਕ ਪੱਕੀ ਮੋਹਰ ਲਾਉਂਦੇ ਹੋਏ ਜਿਹਨੂੰ ਕਹਿ ਦਿੰਦੇ ਆ ਕਿ ਆਪਾਂ ਅੱਤਵਾਦੀ ਜਾਂ ਖਾੜਕੂ ਜਿਹੜਾ ਐਲਾਨ ਦਿੱਤਾ ਹੈ ਕਿ ਜਿਵੇਂ ਇੱਕ ਆਮ ਬੰਦੇ ਨੂੰ ਅਗਰ ਅੱਤਵਾਦੀ ਜਾਂ ਟੈਰਰਿਸਟ ਕਹਿਣਾ ਹੁੰਦਾ ਹੈ ਤਾਂ ਉਹ ਕਹਿ ਦਿੰਦੇ ਕਿ ਜੰਮੂ ਕਸ਼ਮੀਰ ਦੇ ਵਿੱਚ 4 ਅੱਤਵਾਦੀ ਜਾਂ ਦਹਿਸ਼ਤਗਰਦ ਜਾਂ ਖਾੜਕੂ ਮਾਰੇ ਗਏ ਨੇ। ਉਹ ਕੌਣ ਸੀ, ਕਿਹੜੀ ਜਥੇਬੰਦੀ ਤੋਂ ਸੀ, ਉਹਨਾਂ ਦਾ ਪਿਛੋਕੜ ਕੀ ਸੀ, ਸਬੂਤ ਕੀ ਸੀ, ਉਹ ਗੱਲ ਦੀ ਕੋਈ ਗੱਲ ਨਹੀਂ ਹੁੰਦੀ। ਪਰ ਜਦੋਂ ਡੈਜਿਗਨੇਟਡ ਟੈਰਰਿਸਟ ਦੀ ਗੱਲ ਆਉਂਦੀ ਹੈ ਤਾਂ ਉਸ 'ਚ ਕੌਮਾਂਤਰੀ ਪੱਧਰ ਦੇ ਉੱਤੇ ਅੰਡਰਲਾਈਨ ਕੀਤਾ ਜਾਂਦਾ ਹੈ ਕਿ ਇਹ ਜਥੇਬੰਦੀ ਹੈ, ਇਹ ਮੂਵਮੈਂਟ ਹੈ, ਜਿਵੇਂ ਰੈਫਰੈਂਡਮ 2020 ਜਿਹਨੂੰ ਰਿਪਰੈਜ਼ੈਂਟ ਕਰਨ ਵਾਲੇ ਇਹ ਬੰਦੇ ਨੇ, ਇਸ ਕਰਕੇ ਇਹਨਾਂ ਨੂੰ ਡੈਜਿਗਨੇਟਡ ਟੈਰਰਿਸਟ ਜਿਹੜਾ ਹੈਗਾ ਅਸੀਂ ਕੌਮਾਂਤਰੀ ਪੱਧਰ ਦੇ ਉੱਤੇ ਐਲਾਨਦੇ ਹਾਂ। ਸੋ ਇਸ ਤੋਂ ਇਹ ਗੱਲ ਮੁੜ ਵਿਚਾਰ ਚਰਚਾ ਦਾ ਵਿਸ਼ਾ ਬਣਨ ਲੱਗੀ ਹੈ ਕਿ ਕੀ ਮੁੜ ਕੇ ਸਿੱਖ ਭਾਈਚਾਰੇ ਨੂੰ ਹੁਣ ਖਾਲਿਸਤਾਨ ਦੇ ਪ੍ਰਤੀ ਉਨਾ ਹੀ ਹੇਜ, ਖਾਲਿਸਤਾਨ ਦੀ ਉਨੀ ਹੀ ਲੋੜ ਜਿੰਨੀ 3 ਜਾਂ 4 ਦਹਾਕੇ ਪਹਿਲਾਂ ਹੁੰਦੀ ਸੀ ਉਹ ਦੁਬਾਰਾ ਹੈ, ਜਾਂ ਫਿਰ ਇਹ ਵੀ ਕਿਸੇ ਵੱਡੇ ਸਿਆਸੀ ਪ੍ਰਪੰਚ ਦਾ ਪਹਿਲੂ ਹੈ, ਵਿਸ਼ਾ ਹੈ। ਇਸ ਮੁੱਦੇ ਦੇ ਉੱਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਬਣੇ ਹੋਏ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਹੋਣੀ। ਸਤਿ ਸ਼੍ਰੀ ਅਕਾਲ ਜੀ। ਥੋੜ੍ਹਾ ਜਿਹਾ ਜਿਹੜਾ ਮੁੱਢ ਬੰਨ੍ਹਣ ਦੀ ਕੋਸ਼ਿਸ਼ ਇਸ ਕਰਕੇ ਕੀਤੀ ਹੈ ਕਿ ਇਹ ਮਸਲੇ ਨੂੰ ਇੰਨਾ ਵੀ ਉਹ ਨਹੀਂ ਹੈ ਕਿ ਵਾਰ-ਵਾਰ ਜਦੋਂ ਵੀ ਟੀਵੀ ਗੁਫ਼ਤਗੂ ਕੋਈ ਹੋਣੀ ਹੁੰਦੀ ਹੈ ਜਾਂ ਰੇਡੀਓ ਗੁਫ਼ਤਗੂ ਹੋਣੀ ਹੁੰਦੀ ਹੈ ਤਾਂ ਦੱਸਣਾ ਪੈਂਦਾ ਹੈ ਕਿ ਖਾਲਿਸਤਾਨ ਦਾ ਮੁੱਦਾ ਦੁਬਾਰਾ ਉੱਠ ਰਿਹਾ ਹੈ। ਮੇਰੇ ਖਿਆਲ 'ਚ ਇਹ ਆਪਣੇ ਆਪ 'ਚ ਵੀ ਸੁਭਾਵਿਕ ਹੈ ਕਿ ਜਦੋਂ ਇੱਕ ਬਜਟ ਆਉਣਾ ਹੈ ਤਾਂ ਬਜਟ ਨੂੰ ਲੈ ਕੇ ਇਹ ਨਹੀਂ ਕਹਿਣਾ ਪੈਂਦਾ ਕਿ ਬਜਟ ਕਿਉਂ ਆ ਰਿਹਾ ਹੈ, ਚੋਣਾਂ ਹੋਣੀਆਂ ਨੇ, ਚੋਣਾਂ ਨੂੰ ਇਹ ਨਹੀਂ ਕਹਿਣਾ ਪੈਂਦਾ ਕਿ ਕਿਉਂ ਹੋ ਰਹੀਆਂ ਨੇ। ਸੋ ਇਹ ਵੀ ਇੱਕ ਕਾਰਨ ਹੈ ਕਿ ਇਸ ਚੀਜ਼ ਨੂੰ ਦੁਬਾਰਾ ਫਿਰ ਰਜਿਸਟਰ ਕਰਨ ਦੀ, ਸੁਸਾਇਟੀ ਦੇ ਵਿੱਚ ਰਜਿਸਟਰ ਕਰਨ ਦੀ ਕੋਸ਼ਿਸ਼ ਕਰਨੀ ਪੈਂਦੀ ਹੈ, ਚਾਹੇ ਖਬਰਨਵੀਸ ਹੋਵੇ ਤੇ ਚਾਹੇ ਕੋਈ ਸਰਕਾਰ ਹੋਵੇ ਜਾਂ ਏਜੰਸੀਆਂ ਹੋਣ। ਤੁਸੀਂ ਕੀ ਇਸ ਚੀਜ਼ ਨਾਲ ਇਤਫਾਕ ਰੱਖਦੇ ਹੋ ਕਿ ਖਾਲਿਸਤਾਨ ਦੇ ਮੁੱਦੇ ਨੂੰ ਦੁਬਾਰਾ ਰੀਸਟੈਬਲਿਸ਼, ਦੁਬਾਰਾ ਰਜਿਸਟਰ ਕਰਨਾ ਪੈ ਰਿਹਾ ਹੈ ਪੰਜਾਬ ਦੇ ਵਿੱਚ ਜਾਂ ਸਿੱਖ ਭਾਈਚਾਰੇ ਦੇ ਵਿੱਚ ਜਾਂ ਪੰਜਾਬੀ ਡਾਇਸਪੋਰਾ ਦੇ ਵਿੱਚ? ਮੇਰੇ ਖਿਆਲ ਦੇ ਵਿੱਚ ਇਹ ਮੁੱਦਾ ਕਦੇ ਖਤਮ ਹੋਇਆ ਹੀ ਨਹੀਂ ਸੀ ਜੀ। ਜਿਸ ਮੁੱਦੇ ਤੇ ਇੰਨਾ ਖੂਨ ਡੁੱਲਿਆ ਹੋਵੇ, ਸੈਂਕੜੇ ਨੌਜਵਾਨਾਂ ਨੇ ਆਪਣੀ ਸ਼ਹੀਦੀ ਦਿੱਤੀ ਹੋਵੇ, ਜੇ ਆਪਾਂ ਕਹੀਏ ਕਿ ਉਹ ਮੁੱਦਾ ਟਾਈਮ ਦੇ ਨਾਲ ਖਤਮ ਹੋ ਗਿਆ ਤੇ ਇਸ ਤਰ੍ਹਾਂ ਕਦੇ ਵੀ ਕੋਈ ਇਸ਼ੂ ਖਤਮ ਨਹੀਂ ਹੋਏਗਾ। ਇਹ ਹਿਸਟੋਰੀਕਲ ਪ੍ਰੋਸੈਸ ਹੈ। ਉਹਦੇ 'ਚ ਸਟੇਜ ਹੁੰਦੀ ਹੈ, ਇੱਕ ਸਟੇਜ ਤੇ ਇਸ਼ੂ ਡੋਮੀਨੇਟ ਕਰ ਗਿਆ, ਇੱਕ ਸਟੇਜ ਤੇ ਕਿਤੇ ਮੁੜ ਕੇ ਆ ਕੇ ਫਿਰ ਪਿੱਛੇ ਆ ਗਿਆ। ਜਦੋਂ ਮਿਲੀਟੈਂਟ ਮੂਵਮੈਂਟ ਖਤਮ ਹੋਈ ਹੈ ਉਸ ਤੋਂ ਬਾਅਦ ਲੱਗ ਰਿਹਾ ਸੀਗਾ ਕਿ ਇਹ ਸਾਰਾ ਇਸ਼ੂ ਖਤਮ ਹੋ ਗਿਆ। ਹੁਣ ਮੈਂ ਨਹੀਂ ਕਹਿ ਰਿਹਾ ਵੀ ਇਹ ਮੁੱਦਾ ਜਿਉਂਦਾ ਹੈ, ਸਰਕਾਰ ਆਪਣੇ ਆਪ ਕਹਿ ਰਹੀ ਹੈ, ਵਾਰ-ਵਾਰ ਕਹਿ ਰਹੀ ਹੈ। 2018 ਦੇ ਵਿੱਚ ਰਾਜਨਾਥ ਸਿੰਘ ਹੋਮ ਮਿਨਿਸਟਰ ਸੀ, ਉਹਨਾਂ ਨੇ DGP ਦੀ ਕਾਨਫਰੰਸ ਦੇ ਵਿੱਚ ਐਡਰੈਸ ਕਰਦੇ ਹੋਏ ਕਿਹਾ ਸੀ ਕਿ ਪੰਜਾਬ ਦੇ ਵਿੱਚ ਮਿਲੀਟੈਂਸੀ ਦਾ ਖਤਰਾ ਬਣਿਆ ਹੋਇਆ ਹੈ। ਹੁਣ ਮਿਲੀਟੈਂਸੀ ਕਾਹਦੇ ਵਾਸਤੇ ਹੈ? ਉਹ ਖਾਲਿਸਤਾਨ ਦੇ ਮੁੱਦੇ ਵਾਸਤੇ ਹੈ। ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਕਹਿ ਚੁੱਕੇ ਹੈ ਕਿ ਪੰਜਾਬ ਦੇ ਵਿੱਚ ਮਿਲੀਟੈਂਸੀ ਦਾ ਖਤਰਾ ਬਣਿਆ ਹੋਇਆ ਹੈ। ਵਾਰ-ਵਾਰ ਇਹ ਗੱਲ ਆ ਰਹੀ ਹੈ, ਸੈਂਟਰ ਤੋਂ ਵੀ, ਪੰਜਾਬ ਸਰਕਾਰ ਤੋਂ ਵੀ। ਹੁਣ ਜਿਹੜੀ ਗੱਲ ਵਾਰ-ਵਾਰ ਕਹੀ ਜਾ ਰਹੀ ਹੈ ਸਰਕਾਰਾਂ ਵੱਲੋਂ, ਤੇ ਮੈਂ ਇਹ ਨਹੀਂ ਸਮਝਦਾ ਕਿ ਆਪਾਂ ਇਹ ਰਿਵਿਊ ਲੈ ਕੇ ਚੱਲੀਏ ਕਿ ਮੁੱਦਾ ਦੁਬਾਰਾ ਉੱਠ ਰਿਹਾ। ਮੁੱਦਾ ਆਲਰੇਡੀ ਹੈ, ਮੁੱਦਾ ਹੈ। ਅੱਛਾ, ਇੱਕ ਗੱਲ ਹੋਰ ਸਪਸ਼ਟ ਕਰ ਦਿਓ। ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ
ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ 6 ਜੂਨ ਨੂੰ ਉਦੋਂ ਮੀਡੀਆ ਨਾਲ ਵਾਰਤਾਲਾਪ ਕਰਦਿਆਂ ਗੱਲ ਕਹੀ ਕਿ ਹਰੇਕ ਸਿੱਖ ਖਾਲਿਸਤਾਨ ਚਾਹੁੰਦਾ ਹੈ ਤੇ ਜੇਕਰ ਕੇਂਦਰ ਸਾਨੂੰ ਖਾਲਿਸਤਾਨ ਦਿੰਦੀ ਹੈ ਤਾਂ ਅਸੀਂ ਲੈ ਲਵਾਂਗੇ। ਉਹਦੇ ਜਵਾਬ ਵਿੱਚ ਹੋਰਾਂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲੇ 4-5 ਦਿਨ ਪਹਿਲਾਂ ਪ੍ਰਤੀਕਿਰਿਆ ਦਿੱਤੀ ਹੈ ਕਿ ਅੱਜ ਕੋਈ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ। ਇੱਥੇ ਇੱਕ ਚੀਜ਼ ਮੇਰੇ ਖਿਆਲ 'ਚ ਸਪਸ਼ਟ ਕਰਨੀ ਜ਼ਰੂਰ ਬਣਦੀ ਹੈ ਕਿ ਬਕੌਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਜੋ ਵੀ ਵਿਚਾਰਧਾਰਾਵਾਂ ਖਾਲਿਸਤਾਨ ਦੇ ਵਿਰੋਧ ਵਿੱਚ ਖੜ੍ਹਦੀਆਂ ਨੇ, ਉਹ ਇਹ ਕਹਿੰਦੀਆਂ ਨੇ ਕਿ ਅੱਜ ਕੋਈ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ। ਬਜਾਏ ਇਸ ਦੇ ਸਟੇਟਮੈਂਟ ਜਾਂ ਜੋ ਇੱਕ ਵਨ ਲਾਈਨਰ ਇਹ ਹੋਣਾ ਚਾਹੀਦਾ ਹੈ ਕਿ ਅੱਜ ਦਾ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ। ਉਹ ਅੱਜ ਤੋਂ 25 ਜਾਂ 50 ਸਾਲ ਵਾਲੇ ਸਿੱਖ ਵਾਸਤੇ ਕਿਵੇਂ ਜਿਹੜਾ ਅਗਾਊਂ ਜਿਹੜਾ ਇਹ ਐਲਾਨਨਾਮਾ ਕਰ ਸਕਦੇ ਨੇ ਕਿ ਅੱਜ ਕੋਈ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ। ਦੋਨਾਂ ਗੱਲਾਂ 'ਚ ਤੁਸੀਂ ਫਰਕ ਸਮਝਦੇ ਹੋ ਕਿ ਅੱਜ ਦਾ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ ਕਿ ਸਿੱਖ ਖਾਲਿਸਤਾਨ ਚਾਹੁੰਦਾ ਹੀ ਨਹੀਂ? ਜਿਹੜੀ ਗੱਲ ਮੈਂ ਪਹਿਲਾਂ ਕੀਤੀ ਕਿ ਜਿਸ ਮੁੱਦੇ ਤੇ ਸੈਂਕੜੇ ਲੋਕ ਆਪਣੀ ਜਾਨ ਕੁਰਬਾਨ ਕਰ ਚੁੱਕੇ ਹੈ ਜੀ, ਉਹ ਚਾਹੁੰਦੇ ਸੀ ਤਾਂ ਹੀ ਉਹਨਾਂ ਨੇ ਜਾਨ ਕੁਰਬਾਨ ਕੀਤੀ ਹੈ ਜੀ। ਹੁਣ ਵੀ ਉਹ ਮਿਲੀਟੈਂਸੀ ਐਜ ਇਟ ਇਜ਼ ਇੱਕ ਸਟੇਜ ਤੇ ਖੜੀ ਹੈ, ਸਰਕਾਰਾਂ ਕਹਿ ਰਹੀਆਂ ਖੜੀ ਹੈ, ਮੈਂ ਨਹੀਂ ਕਹਿ ਰਿਹਾ ਜੀ। ਤੇ ਫਿਰ ਅਸੀਂ ਕਿਵੇਂ ਕਲੇਮ ਕਰਦੇ ਹਾਂ ਕਿ ਲੋਕ ਖਾਲਿਸਤਾਨ ਨਹੀਂ ਚਾਹੁੰਦੇ? ਇੱਕ ਸੈਕਸ਼ਨ ਚਾਹੁੰਦਾ ਸਿੱਖ, ਅੱਜ ਇੱਕ ਸੈਕਸ਼ਨ ਚਾਹੁੰਦਾ ਹੈ, ਪਰ ਦੋ ਗੱਲਾਂ ਦੇ ਵਿੱਚ ਜੇ ਆਪਾਂ ਫਰਕ ਕਰੀਏ ਕਿ ਅੱਜ ਕੋਈ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ, ਇਹਦੀ ਬਜਾਏ ਕਿ ਅੱਜ ਦੇ ਸਿੱਖਾਂ ਦਾ ਇੱਕ ਸੈਕਸ਼ਨ ਖਾਲਿਸਤਾਨ ਚਾਹੁੰਦਾ ਹੈ, ਇੱਕ ਨਹੀਂ ਚਾਹੁੰਦਾ ਹੈ। ਪਰ ਜਿਸ ਤਰ੍ਹਾਂ ਦਾ ਭਾਰਤ ਦੇ ਵਿੱਚ ਕਹਿ ਲਓ ਜਾਂ ਗਲੋਬਲ ਪੱਧਰ ਦੇ ਉੱਤੇ ਜਿਸ ਤਰ੍ਹਾਂ ਦੀ ਮੂਵਮੈਂਟਸ ਬਣਦੀਆਂ ਨੇ, ਜਿਸ ਪਾਸੇ ਨੂੰ ਦੁਨੀਆ ਜਾ ਰਹੀ ਹੈ, ਭਾਰਤ ਵਰਗਾ ਦੇਸ਼ ਜਿਹੜਾ ਧਰਮ ਨਿਰਪੱਖ ਬਣਿਆ ਸੀ, ਜੋ ਤਾਜ਼ਾ ਕਾਨੂੰਨ ਕੁਝ ਆਏ ਨੇ, ਘੱਟ ਗਿਣਤੀਆਂ ਦਾ ਜੋ ਹਸ਼ਰ ਹੋ ਰਿਹਾ ਹੈ, ਤਾਂ ਉਸ ਨੂੰ ਦੇਖਦੇ ਹੋਏ ਕੀ ਅਸੀਂ ਕਹਿ ਸਕਦੇ ਹਾਂ ਕਿ ਭਵਿੱਖ ਦਾ ਵੀ ਕੋਈ ਘੱਟ ਗਿਣਤੀ ਵੱਖਰਾ ਰਾਜ ਜਾਂ ਸੁਤੰਤਰਤਾ ਨਹੀਂ ਚਾਹੇਗਾ, ਚਾਹੇ ਉਹ ਸੰਵਿਧਾਨਕ ਤਰੀਕੇ ਨਾਲ ਹੀ ਲੈਣੀ ਹੋਵੇ ਅਗਲੇ ਨੇ। ਦੁਨੀਆ ਬਦਲ ਰਹੀ ਹੈ ਜੀ। ਕੋਵਿਡ ਨੇ ਇੱਕ ਨਵੀਂ ਸਿਚੁਏਸ਼ਨ ਕ੍ਰੀਏਟ ਕੀਤੀ ਹੈ, ਥ੍ਰੈਸ਼ਹੋਲਡ ਹੈ ਕਿ ਥ੍ਰੈਸ਼ਹੋਲਡ ਹੈ, ਇਹਦੇ ਸਾਰਾ ਪੋਲੀਟੀਕਲ ਡਿਸਕੋਰਸ ਚੇਂਜ ਹੋ ਰਿਹਾ, ਇਕਨੋਮੀ ਸਾਰੀ ਚੇਂਜ ਹੋ ਰਹੀ ਹੈ। ਇਹ ਫੋਰਸਿਸ ਇਹਨਾਂ ਮੁੱਦਿਆਂ ਨੂੰ ਕਿਵੇਂ ਸ਼ੇਪ ਅਪ ਕਰਨਗੀਆਂ ਉਹ ਸਟੱਡੀ ਕਰਨ ਵਾਲੀ ਗੱਲ ਹੈ, ਉਹ ਅਗਲਾ ਇਸ਼ੂ ਹੈ ਜੀ। ਇਹ ਕਹਿਣਾ ਕਿ ਸਿੱਖ ਨਹੀਂ ਚਾਹੁੰਦਾ ਇਹ ਵੱਖਰਾ ਇਸ਼ੂ ਹੈ। ਇੱਕ ਸੈਕਸ਼ਨ ਮੈਂ ਪਹਿਲਾਂ ਕਿਹਾ ਚਾਹੁੰਦਾ ਜੇ ਦਲ ਖਾਲਸਾ ਅੰਮ੍ਰਿਤਸਰ ਬੈਠ ਕੇ ਲਗਾਤਾਰ ਸੰਵਿਧਾਨਕ ਢੰਗ ਨਾਲ ਖਾਲਿਸਤਾਨ ਦੀ ਮੰਗ ਕਰ ਰਿਹਾ ਹੈ ਜੀ, ਇਹਦਾ ਮਤਲਬ ਇੱਕ ਸੈਕਸ਼ਨ ਚਾਹੁੰਦਾ ਹੈ। ਜਿਵੇਂ ਕਿ ਸੁਪਰੀਮ ਕੋਰਟ ਨੇ ਵੀ 1995 ਦੇ ਇੱਕ ਕੇਸ 'ਚ ਕਿਹਾ ਸੀ, ਜਦੋਂ ਸੈਕਟਰ 17 'ਚ ਕੁਝ ਸਰਕਾਰੀ ਮੁਲਾਜ਼ਮਾਂ ਨੇ ਖਾਲਿਸਤਾਨ ਪੱਖੀ ਨਾਅਰੇ ਮਾਰੇ ਸੀ, ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਦਰਜ ਹੋ ਗਿਆ ਸੀ। ਤਾਂ ਸੁਪਰੀਮ ਕੋਰਟ 'ਚ ਜਦੋਂ ਕੇਸ ਗਿਆ ਸੀ ਤਾਂ ਉਸ ਕੇਸ 'ਚ ਸੁਪਰੀਮ ਕੋਰਟ ਨੇ ਸਿੱਧੇ ਤੇ ਸਪਸ਼ਟ ਤੌਰ ਦੇ ਉੱਤੇ ਕਿਹਾ ਸੀ ਕਿ ਜਮਹੂਰੀ ਤਰੀਕੇ ਨਾਲ ਤੇ ਸ਼ਾਂਤਮਈ ਢੰਗ ਨਾਲ, ਬਗੈਰ ਕਿਸੇ ਦੀ ਭਾਵਨਾਵਾਂ ਨੂੰ, ਬਗੈਰ ਕਿਸੇ ਨੂੰ ਜਾਨੀ ਮਾਲੀ ਨੁਕਸਾਨ ਪਹੁੰਚਾਇਆ, ਆਜ਼ਾਦੀ ਦੀ ਮੰਗ ਕਰਨਾ, ਇਸ ਦੀ ਇਜਾਜ਼ਤ ਭਾਰਤੀ ਸੰਵਿਧਾਨ ਬਕਾਇਦਾ ਤੌਰ ਤੇ ਪ੍ਰਦਾਨ ਕਰਦਾ ਹੈ। ਖਾਲਿਸਤਾਨ ਦੀ ਮੰਗ ਗੈਰ ਸੰਵਿਧਾਨਕ ਨਹੀਂ ਹੈ, ਹਿੰਸਕ ਸੰਘਰਸ਼ ਤੋਂ ਬਗੈਰ ਕੀਤੀ ਗਈ ਮੰਗ। ਉਹਨਾਂ ਨੇ ਕਿਹਾ ਡੈਮੋਕ੍ਰੈਟਿਕ ਢੰਗ ਨਾਲ ਗੱਲ ਕੀਤੀ ਜਾ ਸਕਦੀ। ਆਜ਼ਾਦੀ ਦੀ ਗੱਲ ਵੱਡੀ ਗੱਲ ਹੈ, ਇਕੱਲੇ ਖਾਲਿਸਤਾਨ ਤੱਕ ਸੀਮਤ ਨਹੀਂ ਹੈਗੀ ਇਹ। ਮੈਂ ਇਸੇ ਗੱਲ ਨੂੰ ਮੈਂ ਵਾਪਸ ਜਥੇਦਾਰ ਅਕਾਲ ਤਖਤ ਹੋਰਾਂ ਦੇ ਬਿਆਨ ਤੇ ਲੈ ਕੇ ਆਉਣਾ ਜੀ। ਉਹਨਾਂ ਨੇ ਕਿਹਾ ਵੀ ਜੇ ਹੁਣ ਸਾਨੂੰ ਆਫਰ ਹੋਏਗੀ ਹੁਣ ਸਿੱਖ ਨਾ ਨਹੀਂ ਕਰਨਗੇ ਜੀ। ਇਹਦੀ ਬੈਕਗਰਾਉਂਡ ਹੈ। ਪਰਸੈਪਸ਼ਨ ਇਹ ਹੈ ਕਿ 47 ਦੇ ਵਿੱਚ ਅੰਗਰੇਜ਼ਾਂ ਨੇ ਸਿੱਖਾਂ ਨੂੰ ਆਫਰ ਕੀਤੀ ਸੀ, ਇਹਨਾਂ ਤੋਂ ਉਹ ਆਫਰ ਸੰਭਾਲੀ ਨਹੀਂ ਗਈ ਜੀ। ਰਿਕਾਰਡ ਕੁਝ ਗੱਲਾਂ ਕਹਿ ਰਹੇ, ਕੁਝ ਗੱਲਾਂ ਸ਼ਾਇਦ ਉਸ ਸਿਚੁਏਸ਼ਨ ਦੇ ਵਿੱਚ ਪੋਸੀਬਲ ਹੀ ਨਹੀਂ ਸੀਗੀਆਂ। ਜਿਹੜੀ ਸਿਚੁਏਸ਼ਨ ਜਿਹੜੀ ਫਾਸਟ ਚੇਂਜ ਹੋ ਰਹੀ ਸੀਗੀ ਜੀ, ਉਹਦੇ 'ਚ ਮੇਰੇ ਖਿਆਲ ਜੋ ਸਟੈਂਡ ਲਿਆ ਗਿਆ ਸਿੱਖ ਲੀਡਰਸ਼ਿਪ ਵੱਲੋਂ ਕੋਈ ਬਹੁਤਾ ਗਲਤ ਨਹੀਂ ਸੀ, ਮਜਬੂਰੀ ਸੀ। ਉਹਨਾਂ ਨੇ ਕਿਹਾ ਵੀ ਹੁਣ ਜੇ ਆਫਰ ਹੁੰਦੀ ਹੈ ਜੀ, ਤੇ ਨਾਲ ਕਿਹਾ ਵੀ ਹਰ ਸਿੱਖ ਦੀ ਇਹ ਤਮੰਨਾ ਹੈ। ਤਮੰਨਾ ਤਾਂ ਤੁਸੀਂ ਰੋਜ਼ ਅਰਦਾਸ ਕਰਦੇ ਆ, ਰਾਜ ਕਰੇਗਾ ਖਾਲਸਾ, ਆਖੀ ਰਹੇ ਨਾ ਕੋਈ। ਸੋ ਉਹਦੀ ਸ਼ੇਪ ਕੋਈ ਵੀ ਹੋ ਸਕਦੀ ਹੈ, ਜ਼ਰੂਰੀ ਨਹੀਂ ਕਿ ਇੰਡੀਪੈਂਡੈਂਟ ਬੁੱਕ ਹੋਵੇ ਜੀ। ਇੱਕ ਆਪਣੀ ਆਜ਼ਾਦ ਹਸਤੀ ਨੂੰ ਮੇਨਟੇਨ ਕਰਨਾ ਵੀ ਆਪਣੇ ਆਪ ਦੇ ਵਿੱਚ ਉਸ ਪਾਸੇ ਵੱਲ ਵਧਣ ਦੀ ਗੱਲ ਹੈ ਜੀ। ਜਿਹੜੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਵੀ ਕੋਈ ਸਿੱਖ ਨਹੀਂ ਚਾਹੁੰਦਾ, ਅੱਜ ਦੀ ਗੱਲ ਹੋ ਸਕਦੀ ਹੈ ਕਿ ਬਹੁਤੇ ਸਿੱਖ ਨਹੀਂ ਚਾਹੁੰਦੇ, ਇਹ ਕਹਿ ਰਹੇ ਬਹੁਤੇ ਸਿੱਖ ਨਹੀਂ ਚਾਹੁੰਦੇ, ਅੱਜ ਦੇ ਬਹੁਤੇ ਸਿੱਖ ਨਹੀਂ ਚਾਹੁੰਦੇ। ਲੇਕਿਨ ਜੇ ਕੱਲ੍ਹ ਨੂੰ ਸੰਘਰਸ਼ ਕੋਈ ਸ਼ੁਰੂ ਹੋ ਜਾਂਦਾ ਹੈ, ਜੇ ਨਹੀਂ ਚਾਹੁੰਦੇ ਫਿਰ ਜੋ ਕੁਛ ਬਾਹਰ ਦੇ ਮੁਲਕਾਂ ਤੋਂ ਖਾਲਿਸਤਾਨ ਦੀ ਗੱਲ ਹੋ ਰਹੀ ਹੈ ਉਹਦੇ 'ਤੇ
ਰਿਐਕਸ਼ਨ ਸਰਕਾਰ ਕਿਉਂ ਕਰ ਰਹੀ ਹੈ ਸਾਡੀ? ਹਾਂ, ਸਰਕਾਰ ਨੂੰ ਰਿਐਕਟ ਕਿਉਂ ਕਰਨਾ ਪੈ ਰਿਹਾ ਹਰ ਚੀਜ਼ ਦੇ ਉੱਤੇ? ਜੇ ਸਿੱਖ ਪੰਜਾਬ ਦਾ ਨਹੀਂ ਚਾਹੁੰਦਾ ਫਿਰ ਇਹ ਨੋਟਿਸ ਉਸ ਚੀਜ਼ ਦਾ ਕਿਉਂ ਲੈ ਰਹੇ ਹੈ? ਇਹੀ ਕਿਉਂ ਸਮਾਂ ਆਇਆ ਸੀ ਕਿ ਤੁਹਾਨੂੰ ਡੈਜਿਗਨੇਟਡ ਟੈਰਰਿਸਟ ਐਲਾਨਣਾ ਪਿਆ ਭਾਰਤ ਸਰਕਾਰ ਨੂੰ? ਕਦੇ ਦਿੱਲੀ 'ਚ ਬੰਦੇ ਫੜੇ ਜਾਂਦੇ ਨੇ, ਕਦੇ ਕਿਤੇ ਬੜੇ ਬੰਦੇ ਫੜੇ ਜਾਂਦੇ ਨੇ। ਖੈਰ, ਆਪਾਂ ਇੱਕ ਗੱਲ ਹੋਰ ਸਪਸ਼ਟ ਕਰ ਲਈਏ ਕਿ ਹੁਣ ਦੇਖੋ, ਜੋ ਆਪਾਂ ਸਿੱਖ ਮਾਨਸਿਕਤਾ ਨੂੰ ਸਮਝੀਏ, ਸਿੱਖਾਂ ਦੇ ਨਾਲ ਵਾਪਰੇ ਪਿਛਲੇ 20-30 ਸਾਲਾਂ ਦੀ ਜੋ ਸਥਿਤੀ ਹੈ, ਹਾਲਾਤ ਨੇ, ਉਹਨਾਂ ਨੂੰ ਦੇਖੀਏ, ਲਗਭਗ ਹਰ ਘਰ 'ਚੋਂ ਕੋਈ ਨਾ ਕੋਈ ਬੰਦਾ ਗਿਆ ਹੋਇਆ ਹੈ। ਭਾਵੇਂ ਕੋਈ ਕਿਸੇ ਘਰ 'ਚੋਂ ਨਾ ਗਿਆ ਹੋਏ, ਉਹਦੇ ਸੱਜੇ ਖੱਬਿਓਂ ਗਿਆ ਹੋਏ। ਬੜੇ ਬੁਰੀ ਤਰ੍ਹਾਂ ਜਿਹੜੀਆਂ ਹੈਗੀਆਂ ਨੇ, ਜਿਵੇਂ ਆਪਾਂ ਮੁਲਤਾਨੀ ਦਾ ਕੇਸ ਦੁਬਾਰਾ ਖੁੱਲ੍ਹਿਆ ਸਮੇਤ ਸਿੰਘ ਸੈਣੀ ਦੇ ਖਿਲਾਫ, ਉਹਦੇ ਤੋਂ ਹੀ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਪਿੰਕੀ ਨੇ ਜਿਹੜਾ ਸੀ ਸਾਬਕਾ ਜਿਹੜਾ ਪੁਲਿਸ ਅਧਿਕਾਰੀ ਜਿਹੜਾ ਸਜ਼ਾ ਮਾਫ ਹੋਈ ਹੈ ਜਿਹਦੀ, ਕਿ ਕਿਸ ਤਰ੍ਹਾਂ ਉਹਨੂੰ 17 ਸੈਕਟਰ ਦੇ ਥਾਣੇ ਦੇ ਵਿੱਚ ਬੁਰੀ ਤਰ੍ਹਾਂ 3rd ਡਿਗਰੀ ਤੋਂ ਵੀ ਮਾੜੇ ਜਿਹੜੇ ਟੌਰਚਰ ਦੇ ਕੇ ਮਾਰਿਆ ਗਿਆ, ਜੀਪਾਂ ਨਾਲ ਲੱਤਾਂ ਬੰਨ੍ਹ ਕੇ ਫਾੜਿਆ ਗਿਆ ਲੋਕਾਂ ਨੂੰ। ਉਹ ਸਿੱਖ, ਮੈਂ ਇਹ ਸਾਰੀ ਗੱਲ ਦੁਬਾਰਾ ਵੇਰਵਾ ਇਸ ਕਰਕੇ ਸ਼ਾਮਿਲ ਕਰ ਰਿਹਾ ਇਸ ਗੱਲ 'ਚ, ਸਿੱਖ ਸ਼ਾਇਦ ਮੈਂ ਯਕੀਨੀ ਤੌਰ 'ਤੇ ਨਹੀਂ ਕਹਿ ਰਿਹਾ ਹੈਗਾ, ਸ਼ਾਇਦ ਹਥਿਆਰਬੰਦ ਜਾਂ ਉਸ ਤਰ੍ਹਾਂ ਦਾ ਖੂਨੀ ਸੰਘਰਸ਼ ਨਹੀਂ, ਪਰ ਆਜ਼ਾਦੀ ਦਾ ਸੰਘਰਸ਼ ਜ਼ਰੂਰ ਚਾਹੁੰਦੇ ਨੇ। ਕੀ ਇਹ ਗੱਲ 'ਚ ਕੁਝ ਦਮ ਹੈ? ਇਹਨਾਂ ਦੋਨਾਂ ਗੱਲਾਂ ਨੂੰ ਫਰਕ ਕਰਕੇ ਅਗਰ ਦੇਖੀਏ ਅਸੀਂ, ਇਹਦੇ ਇੱਕ ਐਸਪੈਕਟ ਨਾਲ ਹੋਰ ਵੀ ਹੈ ਵੀ ਇਹ ਹੁਣ ਤੱਕ ਫੀਲਿੰਗ ਇੱਕ ਸੈਕਸ਼ਨ ਦੇ ਵਿੱਚ ਪਰਸਿਸਟ ਕਿਉਂ ਕਰ ਰਹੀ ਹੈ। ਜੀ, ਮੈਂ ਇਹਦੇ ਨਾਲ ਇੱਕ ਹੋਰ ਗੱਲ ਐਡ ਕਰਦਾ। ਪੰਜਾਬ ਵਿੱਚ ਜਦੋਂ ਵੀ ਕੋਈ ਸੰਘਰਸ਼ ਚੱਲਿਆ ਹੈ, ਮੈਂ ਸ਼ੁਰੂ ਕਰੂੰਗਾ ਗਦਰ ਪਾਰਟੀ ਤੋਂ। ਉਦੋਂ ਵੀ ਜਿਹੜੇ ਸਿੱਖ ਕੈਪਟਨ ਅਮਰਿੰਦਰ ਸਿੰਘ ਵਰਗੇ ਸੀਗੇ ਜੀ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਵਰਗੇ ਸੀਗੇ, ਇਹਨਾਂ ਨੇ ਗਦਰ ਪਾਰਟੀ ਨੂੰ ਅਪੋਜ਼ ਕੀਤਾ ਸੀ। ਜੀ, ਸਿੱਖ ਸੰਸਥਾਵਾਂ ਨੇ ਕਿਹਾ ਸੀ ਕਿ ਗਦਰ ਪਾਰਟੀ ਦੇ ਜਿਹੜੇ ਬਾਬੇ ਹੈ ਸਿੱਖ, ਇਹ ਸਿੱਖ ਹੀ ਨੇ। ਜੀ, ਰਿਕਾਰਡ ਤੇ ਹੈ। ਜੇ ਕਹੋ ਤੇ ਮੈਂ ਤੁਹਾਨੂੰ ਜਿਹੜੇ ਇਹਨਾਂ ਦੇ ਉਸ ਵੇਲੇ ਦੇ ਮਤੇ ਪਾਸ ਕੀਤੇ ਉਹ ਵੀ ਪਲੀਜ਼ ਦੇ ਸਕਦਾ ਜੀ। ਉਸ ਤੋਂ ਬਾਅਦ ਤੁਸੀਂ ਆ ਜਾਓ ਜਲਿਆਂਵਾਲਾ ਬਾਗ। ਜੀ, ਜਦੋਂ ਉਹ ਸਾਕਾ ਹੋਇਆ, ਉਸ ਤੋਂ ਬਾਅਦ ਸਿੱਖਾਂ ਦੇ ਇੱਕ ਗਰੁੱਪ ਨੇ ਜਿਹਦੇ ਵਿੱਚ ਸ਼ਾਇਦ ਦਿਆਲ ਸਿੰਘ ਮਜੀਠੀਆ ਵੀ ਸ਼ਾਮਲ ਸੀ। ਜੀ, ਤਾਂ ਦਿਆਲ ਸਿੰਘ ਜਾਂ ਸੁੰਦਰ ਸਿੰਘ ਇਹਨਾਂ 'ਚੋਂ ਕੋਈ ਇੱਕ ਜਣਾ ਸੀ। ਜੀ, ਉਹਨਾਂ ਨੇ ਮਤਾ ਪੇਸ਼ ਕੀਤਾ ਮੀਟਿੰਗ ਦੇ ਵਿੱਚ, ਸਪੋਰਟਿੰਗ ਮੈਸੇਕਰ ਆਫ ਪੀਪਲ ਇਨ ਜਲਿਆਂਵਾਲਾ। ਉਹਨਾਂ ਨੇ ਹਮਾਇਤ ਕੀਤੀ ਜਲਿਆਂਵਾਲਾ ਬਾਗ 'ਚ ਜੋ ਖੂਨੀ ਸਾਕਾ ਵਾਪਰਿਆ। ਖੂਨੀ ਸਾਕਾ ਵਾਪਰਿਆ, ਇਹਦੀ ਹਮਾਇਤ ਕੀਤੀ, ਮਤਾ ਮੇਰੇ ਕੋਲ ਹੈ। ਜੀ, ਉਸ ਤੋਂ ਬਾਅਦ ਬੱਬਰ ਅਕਾਲੀ ਦਲ ਦੀ ਮੂਵਮੈਂਟ ਚੱਲਦੀ ਹੈ। ਜੀ, ਹਥਿਆਰਬੰਦ ਮੂਵਮੈਂਟ ਹੈ। ਗੁਰਦੁਆਰੇ ਲਿਬਰੇਟ ਕਰਾਉਣ ਵਾਸਤੇ ਤੇ ਸਿੱਖ ਰਾਜ ਦੀ ਸਥਾਪਨਾ ਵਾਸਤੇ, ਜੀ, ਜਿਹਨੂੰ ਆਜ਼ਾਦੀ ਦਾ ਸੰਘਰਸ਼ ਵੀ ਕਿਹਾ ਜਾਂਦਾ ਹੈ। ਉਹਦੇ ਖਿਲਾਫ ਵੀ ਅਕਾਲ ਤਖਤ, SGPC, ਅਕਾਲੀ ਦਲ, ਇਹਨਾਂ ਦੇ ਮਤੇ ਪਏ। ਜੀ, ਸੋ ਜੋ ਅੱਜ ਹੋ ਰਿਹਾ ਹੈ, ਮੈਂ ਇਹਨੂੰ ਇਤਿਹਾਸਕ ਪਿਛੋਕੜ ਤੋਂ ਅਲੱਗ ਕਰਕੇ ਨਹੀਂ ਦੇਖਦਾ। ਇੱਕ ਸੈਕਸ਼ਨ ਹੈ ਪੰਜਾਬ ਦੇ ਵਿੱਚ, ਉਹ ਜਿਹੜਾ ਲਗਾਤਾਰ ਹਰ ਵੇਲੇ ਇਹੋ ਜਿਹੇ ਸੰਘਰਸ਼ ਨੂੰ ਪੋਸ ਕਰਦਾ ਆ ਰਿਹਾ ਹੈ। ਜੀ, ਮੈਂ ਇਹਨਾਂ ਲੋਕਾਂ ਨੂੰ ਉਸ ਕੈਟੇਗਰੀ 'ਚ ਪਾਉਂਦਾ। ਹੁਣ ਵੀ ਸਿਚੁਏਸ਼ਨ ਮੇਰੇ ਖਿਆਲ ਵਿੱਚ ਉਹੀ ਹੈ। ਜੀ, ਸੰਘਰਸ਼ ਕੋਈ ਨਹੀਂ, ਜੀ, ਲੇਕਿਨ ਜਿਹੜੇ ਲੋਕ ਪਾਵਰ ਇੰਜੋਏ ਕਰ ਰਹੇ ਹੈ, ਉਹਨਾਂ ਨੂੰ ਡਰ ਲੱਗਦਾ, ਉਹਨਾਂ ਨੂੰ ਡਰ ਲੱਗਦਾ ਹੈ। ਉਹ ਇਨਸਿਕਿਉਰ ਨਹੀਂ। ਇਹ ਉਦੋਂ ਵੀ ਡਰ ਲੱਗਦਾ ਸੀ 100 ਸਾਲ ਪਹਿਲਾਂ ਵੀ, ਇਹਨਾਂ ਨੂੰ ਅੱਜ ਵੀ ਡਰ ਲੱਗਦਾ। ਅੱਜ ਵੀ ਡਰ ਲੱਗਦਾ। ਪਰ ਜੇਕਰ ਉਸ ਸੈਕਸ਼ਨ ਦੀ ਗੱਲ ਕਰੀਏ, ਗੁਰਪਤਵੰਤ ਸਿੰਘ ਪੰਨੂ ਦੀ ਗੱਲ ਕਰੀਏ, ਸਿੱਖਸ ਫਾਰ ਜਸਟਿਸ ਦੀ ਗੱਲ ਕਰੀਏ, ਕਦੇ ਪਾਕਿਸਤਾਨ ਨਾਲ ਨਾ ਜੁੜਦਾ ਹੈ। ਹੁਣ ਚਾਈਨਾ ਨਾਲ ਜਿਹੜੀ ਟੈਨਸ਼ਨ ਚੱਲਦੀ ਹੈ ਇੰਡੀਆ ਦੀ, ਉਦੋਂ ਚਾਈਨਾ ਦੇ ਹੱਕ 'ਚ ਜਿਹੜਾ ਉਹਨਾਂ ਨੂੰ ਖੜਿਆ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਕਿਤੇ ਨਾ ਕਿਤੇ ਉਹ ਵੀ ਮਾੜਾ ਮੋਟਾ ਖੜੇ ਨੇ। ਕੀ ਇਹ ਚੀਜ਼ਾਂ ਜ਼ਿਆਦਾ ਘਾਤਕ ਨਹੀਂ ਹੈਗੀਆਂ ਸਿੱਖ ਸੰਘਰਸ਼ ਵਾਸਤੇ? ਜਿੰਨਾ ਪਾਕ ਸਾਫ਼, ਜਿੰਨਾ ਮਹਾਨ ਵਿਰਸਾ ਸਿੱਖਾਂ ਦਾ ਰਿਹਾ ਹੈ, ਜਿੰਨੀ ਵੱਡਾ ਜਿਹੜਾ ਫਲਸਫੇ ਤੋਂ ਸੇਧ ਲੈ ਕੇ, ਸਿੱਖ ਫਲਸਫੇ ਤੋਂ ਸੇਧ ਲੈ ਕੇ ਸੰਤ ਸਿਪਾਹੀ ਦਾ ਕਨਸੈਪਟ ਸਿੱਖੀਜ਼ਮ 'ਚ ਰਿਹਾ ਹੈ, ਤੇ ਉੱਥੇ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਜੁੜ ਜਾਂਦੀਆਂ ਨੇ, ਉਹ ਬੜੀ ਛੇਤੀ ਇੱਕ ਇਸ ਸੈਕਸ਼ਨ ਨੂੰ ਐਂਟੀ ਨੇਸ਼ਨ ਗਰਦਾਨਣ 'ਚ ਜਿਹੜਾ ਹੈਗਾ, ਘਿਓ 'ਚ ਜਿਹੜਾ ਦੁੱਧ 'ਚ ਤੇ ਅੱਗ 'ਚ ਘਿਓ ਦਾ ਕੰਮ ਕਰਦੀਆਂ ਨੇ। ਦੁਸ਼ਮਣ ਦਾ ਦੁਸ਼ਮਣ ਹਮੇਸ਼ਾ ਦੋਸਤ ਹੁੰਦਾ ਹੈ। ਜੀ, ਇਹ ਸਿੰਪਲ ਜਿਹਾ ਫਾਰਮੂਲਾ ਹੈ, ਸਦੀਆਂ ਤੋਂ ਚੱਲਿਆ ਆ ਰਿਹਾ। ਜੀ, ਜੇ ਪੰਜਾਬ ਦੇ ਵਿੱਚ ਕੋਈ ਗੜਬੜ ਹੁੰਦੀ ਹੈ, ਇਹਦਾ ਪਾਕਿਸਤਾਨ ਦਾ ਫਾਇਦਾ ਉਠਾਏਗਾ। ਜੋ ਕੁਛ ਪੰਜਾਬ ਦੇ ਵਿੱਚ ਹੋ ਰਿਹਾ ਹੈ, ਉਹਦਾ ਇੱਕ ਵੱਡਾ ਫੈਕਟਰ ਇਹ ਹੈ ਕਿ ਇਹ ਬਾਰਡਰ ਸਟੇਟ ਹੈ। ਜੀ, ਸੈਂਟਰਲ ਇੰਡੀਆ 'ਚ ਬੜੇ ਸਾਲਾਂ ਤੋਂ ਮਾਓਇਜ਼ਮ ਦਾ ਸੰਘਰਸ਼ ਚੱਲ ਰਿਹਾ। ਜੀ,
ਕਦੇ ਕਿਸੇ ਨੇ ਨਹੀਂ ਕਿਹਾ ਕਿ ਉਹਦੇ ਪਿੱਛੇ ਪਾਕਿਸਤਾਨ ਹੈ। ਜੀ ਝਾਰਖੰਡ ਦੇ ਵਿੱਚ ਕੀ ਹੁੰਦਾ ਰਿਹਾ ਕਿਸੇ ਨੂੰ ਮੈਂ ਉਹੀ ਗੱਲ ਕਰ ਰਿਹਾ, ਸਾਰਾ ਹੁਣ ਵੀ ਚੱਲ ਰਿਹਾ। ਜੀ 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 ਪਿਛਲੇ 20 ਸਾਲ ਤੋਂ ਸੰਘਰਸ਼ ਚੱਲ ਰਿਹਾ ਸਾਰਾ, ਜਿੰਨੇ ਟ੍ਰਾਈਬਲ ਬੈਲਟ ਹੈ ਹਿੰਦੁਸਤਾਨ ਦੀ, ਉਹਦੇ 'ਚ ਮਾਓਇਸਟ ਸਟਰਗਲ ਚੱਲ ਰਹੀ ਹੈ। ਕੋਈ ਨਹੀਂ ਕਹਿੰਦਾ ਕਿ ਪਾਕਿਸਤਾਨ ਇਹਦੇ ਪਿੱਛੇ ਹੈ। ਜਦੋਂ ਪੰਜਾਬ ਬਾਰਡਰ ਸਟੇਟ, ਕਸ਼ਮੀਰ ਬਾਰਡਰ ਸਟੇਟ, ਕਸ਼ਮੀਰ ਪਾਸੇ ਕਰਦੇ ਨੇ ਜੀ, ਪੰਜਾਬ ਦੀ ਗੱਲ ਆਉਂਦੀ ਕਿਉਂਕਿ ਨਾਲ ਬਾਰਡਰ ਹੈ ਜੀ, ਤਾਂ ਨੈਚੁਰਲੀ ਪਾਕਿਸਤਾਨ ਦਾ ਨਾਂ ਆਏਗਾ। ਨਾਰਥ ਈਸਟ ਵਿੱਚ ਇੰਨਾ ਸੰਘਰਸ਼ ਚੱਲਿਆ ਜੀ, ਕਿੰਨੇ ਲੈਵਲ ਤੇ, ਕਦੇ ਪਾਕਿਸਤਾਨ ਦਾ ਨਾਂ ਨਹੀਂ ਆਉਂਦਾ। ਸਿੱਖਾਂ ਤੇ ਹੀ ਆਉਂਦਾ ਕਿਉਂਕਿ ਸਿੱਖਾਂ ਦਾ ਜਿਹੜੀ ਅਸਲੀ ਜੜ ਹੈ ਉਹ ਪਾਕਿਸਤਾਨ 'ਚ ਹੈ। ਦੂਜੀ ਗੱਲ ਇੱਕ ਹੋਰ ਜਾਂਦੇ ਸਪਸ਼ਟ ਆਪਾਂ ਕਰਨਾ ਚਾਹੁੰਦੇ ਹਾਂ ਕਿ ਜਦੋਂ ਤੋਂ 2014 ਤੋਂ ਭਾਰਤ ਦੇ ਵਿੱਚ ਨਿਜ਼ਾਮ ਬਦਲਿਆ ਹੈ, ਉਦੋਂ ਤੋਂ ਜ਼ਿਆਦਾ ਤੀਬਰਤਾ ਫੜੀ ਹੈ ਇਸ ਗੱਲ ਨੇ, ਵੱਖਰੇ ਰਾਜ ਦੀ ਜਾਂ ਘੱਟ ਗਿਣਤੀਆਂ ਦੇ ਔਖੇ ਹੋਣ ਦੀ ਗੱਲ ਨੇ। ਜੇਕਰ ਆਉਣ ਵਾਲੇ ਸਮੇਂ 'ਚ ਫਿਰ ਸਿਆਸੀ ਨਿਜ਼ਾਮ ਭਾਰਤ ਦਾ ਬਦਲਦਾ ਹੈ, ਹੋ ਸਕਦਾ ਹੈ ਕਿ ਇਹ ਗੱਲਾਂ ਫਿਰ ਧੀਮੀਆਂ ਪੈ ਜਾਣ ਜਾਂ ਨਰਮ ਪੈ ਜਾਣ, ਜਾਂ ਹੋ ਸਕਦਾ ਕਿ ਘੱਟ ਗਿਣਤੀਆਂ ਨੂੰ ਉਸ ਪਾਸੇ ਵੱਲ ਸੋਚਣ ਦੀ ਲੋੜ ਹੀ ਨਾ ਮਹਿਸੂਸ ਹੋਵੇ ਜਿਸ ਤਰ੍ਹਾਂ ਦੁਨੀਆ ਬਦਲਦੀ ਹੈ, ਜਾਂ ਇਹ ਜੋ ਮੌਜੂਦਾ ਨਿਜ਼ਾਮ ਹੈ ਇਹ ਲਿਬਰਲ ਹੋ ਜਾਏ ਆਉਣ ਵਾਲੇ ਸਮੇਂ 'ਚ। ਇਹ ਮੌਜੂਦਾ ਨਿਜ਼ਾਮ ਜਿਹੜਾ ਹੈ ਇਹ ਖੁਦ ਹੀ ਇਹਨੇ ਇਹ ਸਿਚੁਏਸ਼ਨ ਕ੍ਰੀਏਟ ਕੀਤੀ ਹੈ ਜੀ, ਜਿੱਥੇ ਘੱਟ ਗਿਣਤੀਆਂ ਨੂੰ ਇੱਕ ਤਰ੍ਹਾਂ ਦਾ ਡਰ ਮਹਿਸੂਸ ਹੋਣ ਲੱਗ ਪਿਆ। ਜੀ, ਮਹਿਸੂਸ ਨਹੀਂ ਹੋਣ ਲੱਗ ਪਿਆ, ਉਹਨਾਂ ਨੂੰ ਡਰਾਇਆ ਗਿਆ। ਜੀ, ਜਦੋਂ ਕਹੋ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ, ਜੀ, ਉਹਦੇ 'ਤੇ ਤਾਂ ਕੋਈ ਐਕਸ਼ਨ ਕਿਸੇ ਤੇ ਨਹੀਂ ਆਉਂਦਾ, ਨਾ ਕੋਈ ਇਹਨੂੰ ਸਟੇਸ਼ਨ ਤੱਕ ਕੇਸ ਕਰ ਦਿੰਦਾ ਹੈ। ਜੀ, ਜਦੋਂ ਹੁਣ ਤਾਜ਼ਾ ਇੱਕ ਸਾਬਕਾ ਬੀਜੇਪੀ ਤੇ ਬਸਪਾ ਦੇ ਨੇਤਾ ਨੇ 8 ਪੁਲਿਸ ਵਾਲੇ ਮਾਰ ਦਿੱਤੇ ਨੇ, ਉਸ ਨੂੰ ਕੋਈ ਜਿਹੜਾ ਐਂਟੀ ਨੈਸ਼ਨਲ ਨਹੀਂ ਗਰਦਾਨ ਰਿਹਾ, ਉਸ ਨੂੰ ਕੋਈ, ਜਦ ਕਿ ਸ਼ਰੇਆਮ ਪੁਲਿਸ ਵਾਲੇ ਮਾਰੇ ਨੇ ਉਸ ਨੂੰ, ਉਹਦੀ ਤੋਂ ਕੋਈ ਜਾਇਜ਼ਾਕਾਰ ਹੋ ਰਹੀ ਹੈ। ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਨੀ ਉਹ ਤਾਂ ਨੈਸ਼ਨਲਿਸਟ ਹੈ ਜੀ, ਖਾਲਿਸਤਾਨ ਦੀ ਗੱਲ ਕਰਨੀ ਉਹ ਐਂਟੀ ਨੈਸ਼ਨਲ ਹੈ। ਜੀ, ਨੰਬਰ 2, ਇਸ ਸਰਕਾਰ ਮੌਜੂਦਾ ਨਿਜ਼ਾਮ ਦਾ ਜਿਹੜਾ ਥ੍ਰਸਟ ਹੈ ਲਗਾਤਾਰ ਐਂਟੀ ਮਾਈਨੋਰਿਟੀ ਮੁਸਲਿਮ, ਉਹ ਸਿੱਖਾਂ ਨੂੰ ਤਾਂ ਮਾਈਨੋਰਿਟੀ ਮੰਨਦੇ ਨਹੀਂ, ਉਹ ਆਪਣਾ ਹਿੱਸਾ ਮੰਨਦੇ। ਜੀ, ਜੀ, ਉਹਨਾਂ ਦਾ ਸਾਰਾ ਥ੍ਰਸਟ ਐਂਟੀ ਮੁਸਲਿਮ ਹੈ। ਪਰ ਜਦੋਂ ਸਿੱਖ ਨਾਨਕ ਸ਼ਾਹੀ ਕੈਲੰਡਰ ਚੱਕਦੇ ਨੇ ਉਦੋਂ ਫਿਰ ਸਿੱਖ ਖਤਰਾ ਬਣਦੇ ਨੇ ਉਹਨਾਂ ਵਾਸਤੇ। ਜਦੋਂ ਸਿੱਖ ਆਪਣੀ ਗੱਲ ਕਰਨਗੇ ਉਹ ਉਹਨਾਂ ਵਾਸਤੇ ਖਤਰਾ ਬਣਨਗੇ, ਤੇ ਉਸ ਖਤਰੇ ਨੂੰ ਦਬਾਉਣ ਵਾਸਤੇ ਫਿਰ ਜਿਹੜੇ ਇਹ ਸਿੱਖ ਇਲੀਟ ਹੈ ਇਹਨੂੰ ਵਰਤੇ ਜਾਂਦੇ ਹੈ। ਜੀ, ਜਿਵੇਂ ਪਹਿਲਾਂ ਇਹ ਵਰਤੇ ਜਾਂਦੇ ਸੀਗੇ ਉਸ ਤਰ੍ਹਾਂ ਅੰਗਰੇਜ਼ਾਂ ਵੇਲੇ ਤੋਂ ਜਿਵੇਂ ਤੁਸੀਂ ਮਿਸਾਲ ਦਿੱਤੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਇਸ ਵੇਲੇ ਮੂਵਮੈਂਟ ਚੱਲ ਰਹੀ ਹੈ, ਲੋਕ ਕੋਈ ਮੂਵਮੈਂਟ ਨਹੀਂ ਹੈ, ਲੇਕਿਨ ਜਿਹੜਾ ਉਸ ਜ਼ਮਾਨੇ ਦਾ ਲੋਕਾਂ ਦੇ ਵਿੱਚ ਕਿਤੇ ਸੈਂਟੀਮੈਂਟ ਬੈਠਾ ਹੈ ਵੀ ਸਾਡੇ ਨੂੰ ਧੱਕਾ ਹੋਇਆ, ਉਸ ਧੱਕੇ ਦਾ ਇਨਸਾਫ ਤਾਂ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ। ਜੇ ਅਕਾਲੀਆਂ ਨੇ 3 ਸਾਲ 3 ਸਰਕਾਰਾਂ ਬਣਾਈਆਂ ਆਪਣੀਆਂ, ਉਹ ਇਸ਼ੂ ਟੇਕਅਪ ਹੀ ਨਹੀਂ ਕੀਤੀ। ਜੀ, 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 ਕੈਪਟਨ ਅਮਰਿੰਦਰ ਸਿੰਘ ਨੇ ਇਸ਼ੂ ਟੇਕਅਪ ਨਹੀਂ ਕੀਤੇ। ਮੈਂ ਇੱਕ ਛੋਟੀ ਜਿਹੀ ਗੱਲ ਕਰਦਾ, ਘੱਟੋ ਘੱਟ ਲੋਕਾਂ ਨੂੰ ਇਹ ਤਾਂ ਦੱਸਿਆ ਜਾਵੇ ਜੀ ਕਿ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਕਿੰਨੇ ਸ਼ਰਧਾਲੂ ਮਾਰੇ ਗਏ ਸੀ। ਘੱਟੋ ਘੱਟ ਇਹੀ ਗਿਣਤੀ ਕਲੀਅਰ ਕਰ ਦਿੱਤੀ ਜਾਏ, ਇਹੀ ਗਿਣਤੀ ਸਰਕਾਰ ਦੱਸੇ ਵੀ ਉਹਨਾਂ ਨੂੰ ਔਨ ਰਿਕਾਰਡ ਦੇ ਜਾਂਦਾ ਜਾਵੇ। ਔਨ ਰਿਕਾਰਡ ਤੇ ਅਸਲੀ ਫਿਗਰ ਦੱਸੋ ਵੀ ਇੰਨੇ ਮਾਰੇ ਗਏ। ਜੀ, ਇਹ ਹੁਣ ਤੱਕ ਮਿਸਟਰੀ ਕਿਉਂ ਬਣੀ ਹੋਈ ਹੈ? ਇਹ ਗੱਲਾਂ ਜਿਹੜੀ ਖਾਲਿਸਤਾਨ ਦੀ ਡਿਮਾਂਡ ਹੈ ਉਹਨੂੰ ਫਿਊਲ ਕਰਦੀ ਹੈ, ਜਾਂ ਉਹਦਾ ਇੱਕ ਰਿਐਕਸ਼ਨ ਨੇ ਆਪਾਂ ਕਹਿ ਲਈਏ, ਰਿਐਕਸ਼ਨ ਹੈ। ਉਹਦਾ ਰਿਐਕਸ਼ਨ ਜੋ ਚੀਜ਼ ਨਿਕਲਦੀ ਹੈ, ਜਦ ਤੱਕ ਤੁਸੀਂ ਇਨਸਾਫ ਉਸ ਸਿਚੁਏਸ਼ਨ ਦਾ ਨਹੀਂ ਦਿੰਦੇ, ਜੀ, 84 ਦਾ ਇਨਸਾਫ ਨਹੀਂ ਮਿਲਿਆ। ਜੀ, ਮੈਂ ਕਹਿੰਦਾ ਹੁੰਦਾ ਕਿ ਬਲੂ ਸਟਾਰ ਦਾ ਬਦਲਾ ਲਿਆ ਗਿਆ ਸੀ। ਜੀ, ਬਿਲਕੁਲ। ਮੈਂ ਇਹਨੂੰ ਜ਼ਿਆਦਾ ਵਿਸਥਾਰ ਦੇਣ ਦੀ ਲੋੜ ਨਹੀਂ, ਗੱਲ ਸਪਸ਼ਟ ਹੈ ਸਾਰੇ ਸਾਹਮਣੇ। ਉਹਦਾ ਬਦਲਾ ਲੈ ਲਿਆ ਗਿਆ ਸੀਗਾ, ਜੀ, ਲੇਕਿਨ ਜਿਹੜੇ ਬਾਕੀ ਇਸ਼ੂਸ ਖੜੇ ਹੈ ਜੀ, ਉਹਨਾਂ ਦੀ ਨਾ ਸਜ਼ਾਵਾਂ ਹੋਈਆਂ, ਕੁਛ ਨਾ ਕਿਸੇ ਉਹ ਹੁਣ ਤੱਕ ਖੜੇ ਨਵੇੜੇ ਤੱਕ ਦੇ ਵਿੱਚ ਜਿਹੜੀ ਇੱਕ ਅਸੈਸਮੈਂਟ ਹੈ ਵੀ 8-9 ਹਜ਼ਾਰ ਬੰਦਾ ਫੇਕ ਐਨਕਾਊਂਟਰ 'ਚ ਮਾਰਿਆ ਗਿਆ। ਜੀ, ਹਿੰਦੁਸਤਾਨ ਦੀ ਕੋਈ ਸਟੇਟ ਹੈ ਜਿਹਦੇ ਵਿੱਚ ਇੰਨੇ ਲੋਕ ਫੇਕ ਐਨਕਾਊਂਟਰ 'ਚ ਮਾਰੇ ਗਏ ਹੋਣ 10-15 ਸਾਲ ਦੇ ਵਿੱਚ? ਕੋਈ ਨਹੀਂ। ਜੀ, ਇਹਦਾ ਹਿਸਾਬ ਤਾਂ ਕਿਸੇ ਨੂੰ ਦੇਣਾ ਪੈਣਾ। ਜੀ, ਸੋ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਪੰਜਾਬ ਸਿੱਖ ਭਾਈਚਾਰਾ ਜਾਂ ਪੰਜਾਬੀ ਡਾਇਸਪੋਰਾ ਇਹ ਕਿੱਥੇ ਖੜਾ ਹੈ। ਇਹਦੇ 'ਚ ਦੋ ਗੱਲਾਂ ਮੋਟੇ ਤੌਰ ਦੇ ਉੱਤੇ ਇਸ ਗੁਫ਼ਤਗੂ 'ਚੋਂ ਉੱਭਰ ਕੇ ਸਾਹਮਣੇ ਆਈਆਂ ਨੇ। ਇੱਕ ਤਾਂ ਬੇਗਾਨਗੀ ਤੇ ਬੇਇਨਸਾਫੀ ਜਿਹੜੀ ਹੈ ਉਸ ਨੇ ਇੱਕ ਰਿਐਕਸ਼ਨ ਦਿੱਤਾ ਹੈ। ਉਸ ਰਿਐਕਸ਼ਨ ਦੇ ਵਿੱਚ ਜਿਹੜੀ ਹੈਗੀ ਹੈ ਜੋ ਸੁਰਾਂ ਉੱਠਦੀਆਂ ਨੇ ਉਹਨਾਂ 'ਚੋਂ ਇੱਕ ਸੁਰ ਜਿਹੜੀ ਹੈਗੀ ਹੈ ਸੁਤੰਤਰਤਾ ਦੀ ਹੈ। ਦੂਜੀ ਗੱਲ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਅੱਜ ਦੇ ਮਾਹੌਲ ਦੇ ਵਿੱਚ ਰੈਫਰੈਂਡਮ 2020 ਆ, ਭਾਵੇਂ ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ FIR ਦਰਜ ਕੀਤੀਆਂ ਜਾ ਰਹੀਆਂ ਨੇ, ਇਹ ਉਹਨਾਂ ਦੀ ਜੁਰਿਸਡਿਕਸ਼ਨ ਹੈ, ਉਹਨਾਂ ਦਾ ਪ੍ਰੈਰੋਗੇਟਿਵ ਹੈ, ਉਹਨਾਂ ਦਾ ਅਧਿਕਾਰ ਖੇਤਰ ਹੈ। ਉਹ ਜੋ ਵੀ ਸਰਕਾਰ ਨੂੰ ਲਾਅ ਐਂਡ ਆਰਡਰ ਵਾਸਤੇ ਸਹੀ ਲੱਗਦਾ ਸਰਕਾਰ ਆਪਣੇ ਸਹੀ ਮਾਇਨੇ ਨਾਲ ਜਾਂ ਸਹੀ ਉਸ ਨਾਲ ਆਪਣੇ ਲੀਗਲ ਜੋ
ਮਸ਼ੀਰਾਂ ਤੋਂ ਜਿਹੜਾ ਹੈਗੇ ਲੈ ਕੇ ਰਾਏ ਲੈ ਕੇ ਉਸ ਨੂੰ ਉਸ ਪਾਸੇ ਜਾ ਰਹੀ ਹੈ। ਉਸ ਨੂੰ ਅਦਾਲਤਾਂ ਬਣੀਆਂ ਹੋਈਆਂ ਨੇ ਜਿੱਥੇ ਜਾ ਕੇ ਉਹਨਾਂ ਨੂੰ ਨੇਪਰੇ ਚੜ੍ਹਨਾ ਹੈ। ਪਰ ਜਿੱਥੋਂ ਤੱਕ ਗੱਲ ਹੁਣ ਦੇ ਸਿੱਖਾਂ ਨੂੰ ਕੀ ਵੱਖਰੇ ਰਾਜ ਦੀ ਜਾਂ ਆਜ਼ਾਦੀ ਦੀ, ਜਿਸ ਨੂੰ ਆਪਾਂ ਖਾਲਿਸਤਾਨ ਦੀ ਆਪਾਂ ਪਹਿਲਾਂ ਵੀ ਕਿਹਾ ਕਿ ਇੱਕ ਟਰਮਨੋਲੋਜੀ ਆਪਾਂ ਵਰਤਦੇ ਆ ਰਹੇ ਹਾਂ 3-4 ਦਹਾਕਿਆਂ ਤੋਂ, ਕੀ ਉਸ ਦੀ ਲੋੜ ਹੈ ਜਾਂ ਨਹੀਂ ਹੈ, ਉਸ ਪ੍ਰਸੰਗ ਦੇ ਵਿੱਚ ਗੱਲ ਇੱਕੋ ਹੀ ਕਹਿਣੀ ਬਣਦੀ ਹੈ ਕਿ ਇਸ ਬਦਲ ਰਹੇ ਜ਼ਮਾਨੇ ਦੇ ਵਿੱਚ ਅੱਜ ਦੀ ਗੱਲ ਕੀਤੀ ਜਾ ਸਕਦੀ ਹੈ, ਭਵਿੱਖ ਦੀ ਗੱਲ ਮੇਰੇ ਖਿਆਲ 'ਚ ਕਰਨੀ ਅੱਜ ਦੇ ਜ਼ਮਾਨੇ ਦੀ ਹੈਸੀਅਤ ਤੋਂ ਬਾਹਰ ਦੀ ਗੱਲ ਹੈ। ਠੀਕ ਹੈ। ਆਪਾਂ ਇੱਥੇ ਇਸੇ ਨੋਟ ਨਾਲ ਜਿਹੜੀ ਹੈਗੀ ਆਪਣੀ ਗੁਫ਼ਤਗੂ ਜਿਹੜੀ ਹੈਗੀ ਹੈ ਇੱਥੇ ਸਮੇਟਦੇ ਹਾਂ। ਬਹੁਤ ਸ਼ੁਕਰੀਆ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।